ਇਸ ਵੀਡੀਓ ਨੂੰ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਭਾਵ ਸਤਨਾਮ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਸਤਨਾਮ ਸਿੰਘ ਸਰਕਾਰੀ ਹਾਈ ਸਕੂਲ ਸੈਦਪੁਰ ਕਲਾਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਾਇੰਸ ਅਧਿਆਪਕ ਹਾਂ। ਉਮੀਦ ਹੈ ਬੱਚਿਓ ਕਿ ਤੁਸੀਂ ਘਰ ਵਿੱਚ ਤੰਦਰੁਸਤ ਹੋਵੋਗੇ ਅਤੇ ਇਸ ਕੋਰੋਨਾ ਮਹਾਮਾਰੀ ਤੋਂ ਬਚਣ ਦੇ ਲਈ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਜਿਵੇਂ ਹੱਥਾਂ ਨੂੰ ਸਾਬਣ ਦੇ ਨਾਲ ਬਾਰ-ਬਾਰ ਧੋਣਾ, ਛਿੱਕਣ ਅਤੇ ਖੰਘਣ ਸਮੇਂ ਰੁਮਾਲ ਅਤੇ ਟਿਸ਼ੂ ਦੀ ਵਰਤੋਂ ਕਰਨੀ ਆਦਿ ਦੀ ਤੁਸੀਂ ਪਾਲਣਾ ਕਰਦੇ ਹੋਵੋਗੇ। ਪਿਆਰੇ ਬੱਚਿਓ, ਤੁਸੀਂ ਅੱਜ ਦੀ ਇਸ ਵੀਡੀਓ ਵਿੱਚ ਜਮਾਤ 7ਵੀਂ ਦੇ ਲੈਸਨ ਨੰਬਰ 10 ਜੰਤੂਆਂ ਵਿੱਚ ਸਾਹ ਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਚਲੋ ਬੱਚਿਓ, ਇਹ ਲੈਸਨ ਸਟਾਰਟ ਕਰਦੇ ਹਾਂ। ਪਿਆਰੇ ਬੱਚਿਓ, ਤੁਸੀਂ ਘਰ ਜਾਂ ਦੀਵਾਰ ਬਣਦੀ ਦੇਖੀ ਹੈ। ਇਹ ਕਿਸ ਤੋਂ ਮਿਲ ਕੇ ਬਣਦਾ ਹੈ? ਦੀਵਾਰ ਜਾਂ ਘਰ ਇੱਟਾਂ ਤੋਂ ਮਿਲ ਕੇ ਬਣਦੇ ਹਨ। ਕੋਈ ਵੀ ਪਦਾਰਥ ਜਿਸ ਤੋਂ ਬਣਦਾ ਹੈ ਉਸ ਨੂੰ ਇਸ ਦੀ ਇਕਾਈ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਦੀਵਾਰ ਵਿੱਚ ਜੋ ਇੱਟਾਂ ਚਿਣੀਆਂ ਜਾਂਦੀਆਂ ਹਨ ਉਹਨਾਂ ਇੱਟਾਂ ਨੂੰ ਇਕਾਈ ਕਿਹਾ ਜਾਂਦਾ ਹੈ। ਆਪਣੀ ਜਮਾਤ ਦੇ ਲੈਸਨ ਨੰਬਰ 2 ਵਿੱਚ ਤੁਸੀਂ ਪੜ੍ਹਿਆ ਹੈ ਕਿ ਸਾਰੇ ਜੀਵ ਸੂਖਮ ਇਕਾਈਆਂ ਤੋਂ ਮਿਲ ਕੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਸੈੱਲ ਜਾਂ ਕੋਸ਼ਿਕਾ ਕਿਹਾ ਜਾਂਦਾ ਹੈ। ਸੈੱਲ ਜੀਵ ਦੀ ਸਭ ਤੋਂ ਛੋਟੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਹੈ। ਭਾਵ ਇੱਕ ਇਕੱਲਾ ਸੈੱਲ ਉਹ ਸਾਰੇ ਕੰਮ ਜਾਂ ਕਾਰਜ ਕਰ ਸਕਦਾ ਹੈ ਜੋ ਕਿ ਇੱਕ ਜੀਵ ਕਰਦਾ ਹੈ, ਜਿਵੇਂ ਪੋਸ਼ਣ, ਪਰਿਵਹਨ, ਮਲ ਤਿਆਗ, ਜਨਨ, ਵਾਧਾ ਆਦਿ। ਪਰ ਇਹਨਾਂ ਕਾਰਜਾਂ ਨੂੰ ਕਰਨ ਦੇ ਲਈ ਸੈੱਲ ਨੂੰ ਊਰਜਾ ਦੀ ਜ਼ਰੂਰਤ ਹੁੰਦੀ ਹੈ। ਇੱਥੋਂ ਤੱਕ ਕਿ ਭੋਜਨ ਨੂੰ ਖਾਂਦੇ ਸਮੇਂ, ਸੌਂਦੇ, ਪੜ੍ਹਦੇ ਸਮੇਂ ਊਰਜਾ ਦੀ ਲੋੜ ਪੈਂਦੀ ਹੈ। ਪਰ ਇਹ ਜੀਵ ਊਰਜਾ ਕਿੱਥੋਂ ਪ੍ਰਾਪਤ ਕਰਦੇ ਹਨ? ਬੱਚਿਓ, ਕੀ ਕਦੀ ਤੁਸੀਂ ਸੋਚਿਆ ਹੈ ਕਿ ਸਾਨੂੰ ਭੋਜਨ ਦੀ ਜ਼ਰੂਰਤ ਕਿਉਂ ਹੁੰਦੀ ਹੈ? ਅਸਲ ਵਿੱਚ ਭੋਜਨ ਦੇ ਵਿੱਚ ਊਰਜਾ ਰਸਾਇਣਿਕ ਬੰਧਨਾਂ ਭਾਵ ਕੈਮੀਕਲ ਬੌਂਡਸ ਦੇ ਰੂਪ ਵਿੱਚ ਜਮ੍ਹਾਂ ਹੁੰਦੀ ਹੈ। ਇਹ ਊਰਜਾ ਸਾਹ ਕਿਰਿਆ ਦੌਰਾਨ ਮੁਕਤ ਹੁੰਦੀ ਹੈ। ਇਸ ਲਈ ਸਾਰੇ ਜੀਵਾਂ ਨੂੰ ਭੋਜਨ ਤੋਂ ਊਰਜਾ ਪ੍ਰਾਪਤ ਕਰਨ ਦੇ ਲਈ ਸਾਹ ਕਿਰਿਆ ਦੀ ਜ਼ਰੂਰਤ ਹੁੰਦੀ ਹੈ। ਸਾਹ ਕਿਰਿਆ ਵਿੱਚ ਅਸੀਂ ਪਹਿਲਾਂ ਸਾਹ ਦੁਆਰਾ ਹਵਾ ਨੂੰ ਸਰੀਰ ਦੇ ਅੰਦਰ ਲੈ ਜਾਂਦੇ ਹਾਂ। ਤੁਸੀਂ ਜਾਣਦੇ ਹੋ ਕਿ ਹਵਾ ਵਿੱਚ ਆਕਸੀਜਨ ਹੁੰਦੀ ਹੈ। ਫਿਰ ਅਸੀਂ ਸਾਹ ਛੱਡਦੇ ਹਾਂ, ਹਵਾ ਨੂੰ ਸਰੀਰ ਤੋਂ ਬਾਹਰ ਕੱਢਦੇ ਹਾਂ। ਇਸ ਹਵਾ ਵਿੱਚ ਸਾਹ ਦੁਆਰਾ ਲਈ ਗਈ ਹਵਾ ਦੀ ਤੁਲਨਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੇਰੇ ਹੁੰਦੀ ਹੈ। ਕੀ ਬੱਚਿਓ, ਤੁਸੀਂ ਦੱਸ ਸਕਦੇ ਹੋ ਕਿ ਸਾਹ ਲੈਣ ਵੇਲੇ ਅਤੇ ਸਾਹ ਛੱਡਣ ਵੇਲੇ ਕਿਹੜੀ ਗੈਸ ਸਰੀਰ ਦੇ ਅੰਦਰ ਦਾਖਲ ਹੁੰਦੀ ਹੈ ਅਤੇ ਕਿਹੜੀ ਬਾਹਰ ਨਿਕਲਦੀ ਹੈ? ਜ਼ਿਆਦਾਤਰ ਬੱਚੇ ਇਸ ਸਵਾਲ ਦਾ ਜਵਾਬ ਦਿੰਦੇ ਹਨ ਕਿ ਆਕਸੀਜਨ ਸਰੀਰ ਦੇ ਅੰਦਰ ਦਾਖਲ ਹੁੰਦੀ ਹੈ ਅਤੇ ਸਾਹ ਛੱਡਣ ਵੇਲੇ ਸਰੀਰ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਬਾਹਰ ਨਿਕਲਦੀ ਹੈ, ਜੋ ਕਿ ਇਸ ਪ੍ਰਸ਼ਨ ਦਾ ਸਹੀ ਜਵਾਬ ਨਹੀਂ ਹੈ। ਪਿਆਰੇ ਬੱਚਿਓ, ਜਦੋਂ ਸਾਹ ਲਿਆ ਜਾਂਦਾ ਹੈ ਤਾਂ ਸਰੀਰ ਵਿੱਚ ਹਵਾ ਦਾਖਲ ਹੁੰਦੀ ਹੈ ਅਤੇ ਜਦੋਂ ਸਾਹ ਬਾਹਰ ਕੱਢਿਆ ਜਾਂਦਾ ਹੈ ਤਾਂ ਉਸ ਵੇਲੇ ਵੀ ਹਵਾ ਹੀ ਸਰੀਰ 'ਚੋਂ ਬਾਹਰ ਨਿਕਲਦੀ ਹੈ। ਸਾਹ ਲੈਣ ਵੇਲੇ ਜੋ ਹਵਾ ਸਰੀਰ ਦੇ ਅੰਦਰ ਦਾਖਲ ਹੁੰਦੀ ਹੈ ਉਸ ਵਿੱਚ 21% ਆਕਸੀਜਨ ਅਤੇ 0.04% ਕਾਰਬਨ ਡਾਈਆਕਸਾਈਡ ਹੁੰਦੀ ਹੈ। ਭਾਵ ਜੋ ਹਵਾ ਸਰੀਰ ਦੇ ਅੰਦਰ ਦਾਖਲ ਹੁੰਦੀ ਹੈ ਉਸ ਵਿੱਚ ਆਕਸੀਜਨ ਭਰਪੂਰ ਮਾਤਰਾ ਵਿੱਚ ਹੁੰਦੀ ਹੈ, ਇਸ ਲਈ ਉਸ ਨੂੰ ਆਕਸੀਜਨ ਯੁਕਤ ਹਵਾ ਵੀ ਕਿਹਾ ਜਾਂਦਾ ਹੈ। ਪਰੰਤੂ ਜਿਹੜੀ ਹਵਾ ਸਰੀਰ 'ਚੋਂ ਬਾਹਰ ਕੱਢੀ ਜਾਂਦੀ ਹੈ ਉਸ ਵਿੱਚ 16.4% ਆਕਸੀਜਨ ਅਤੇ 4.4% ਕਾਰਬਨ ਡਾਈਆਕਸਾਈਡ ਹੁੰਦੀ ਹੈ। ਭਾਵ ਸਾਹ ਲੈਣ ਵੇਲੇ ਦੀ ਹਵਾ ਦੇ ਮੁਕਾਬਲੇ ਇਸ ਵਿੱਚ ਕਾਰਬਨ ਡਾਈਆਕਸਾਈਡ ਜ਼ਿਆਦਾ ਹੁੰਦੀ ਹੈ। ਇਸ ਲਈ ਸਾਹ ਛੱਡਣ ਵੇਲੇ ਦੀ ਹਵਾ ਨੂੰ ਕਾਰਬਨ ਡਾਈਆਕਸਾਈਡ ਯੁਕਤ ਹਵਾ ਵੀ ਕਿਹਾ ਜਾਂਦਾ ਹੈ। ਅਸੀਂ ਜਿਸ ਹਵਾ ਨੂੰ ਸਾਹ ਦੁਆਰਾ ਅੰਦਰ ਲੈਂਦੇ ਹਾਂ ਉਹ ਫੇਫੜਿਆਂ ਤੱਕ ਪਹੁੰਚਦੀ ਹੈ ਅਤੇ ਫੇਫੜਿਆਂ ਤੋਂ ਲਹੂ ਦੁਆਰਾ ਇਹ ਸਰੀਰ ਦੇ ਸਾਰੇ ਭਾਗਾਂ
ਅਤੇ ਅੰਤ ਵਿੱਚ ਸੈੱਲ ਵਿੱਚ ਪਹੁੰਚਦੀ ਹੈ। ਸੈੱਲਾਂ ਵਿੱਚ ਇਹ ਆਕਸੀਜਨ ਭੋਜਨ ਦਾ ਵਿਖੰਡਨ ਕਰਦੀ ਹੈ। ਸੈੱਲ ਜਾਂ ਕੋਸ਼ਕਾ ਵਿੱਚ ਭੋਜਨ ਦੇ ਵਿਖੰਡਨ ਦੀ ਪ੍ਰਕਿਰਿਆ ਊਰਜਾ ਪੈਦਾ ਕਰਦੀ ਹੈ। ਇਸ ਨੂੰ ਸੈਲੂਲਰ ਜਾਂ ਸੈਲਮਈ ਸਾਹ ਕਿਰਿਆ ਕਹਿੰਦੇ ਹਨ। ਸਾਰੇ ਜੀਵਾਂ ਦੇ ਸੈੱਲਾਂ ਵਿੱਚ ਸੈਲਮਈ ਭਾਵ ਸੈਲੂਲਰ ਸਾਹ ਕਿਰਿਆ ਹੁੰਦੀ ਹੈ। ਅਜਿਹੀ ਜੈਵ ਰਸਾਇਣਿਕ ਕਿਰਿਆ ਜਿਸ ਵਿੱਚ ਸੈੱਲ ਲਹੂ ਵਿੱਚੋਂ ਆਕਸੀਜਨ ਨੂੰ ਸੋਖਦਾ ਹੈ ਅਤੇ ਕਾਰਬਨ ਡਾਈਆਕਸਾਈਡ ਛੱਡਦਾ ਹੈ ਅਤੇ ਨਾਲ ਹੀ ਭੋਜਨ ਦਾ ਆਕਸੀਕਰਨ ਸੈੱਲ ਵਿੱਚ ਹੁੰਦਾ ਹੈ ਤਾਂ ਜੋ ਊਰਜਾ ਪੈਦਾ ਕਰ ਸਕੇ, ਉਸ ਨੂੰ ਸੈਲੂਲਰ ਭਾਵ ਸੈਲਮਈ ਸਾਹ ਕਿਰਿਆ ਕਿਹਾ ਜਾਂਦਾ ਹੈ। ਸੈੱਲ ਦੇ ਅੰਦਰ ਭੋਜਨ ਭਾਵ ਗਲੂਕੋਜ਼ ਆਕਸੀਜਨ ਦੀ ਵਰਤੋਂ ਕਰਕੇ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਿੱਚ ਵਿਖੰਡਿਤ ਹੋ ਜਾਂਦਾ ਹੈ ਭਾਵ ਟੁੱਟ ਜਾਂਦਾ ਹੈ। ਜਦੋਂ ਗਲੂਕੋਜ਼ ਦਾ ਵਿਖੰਡਨ ਭਾਵ ਆਕਸੀਕਰਨ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦਾ ਹੈ, ਅਜਿਹੀ ਸਾਹ ਕਿਰਿਆ ਨੂੰ ਐਰੋਬਿਕ ਰੈਸਪੀਰੇਸ਼ਨ ਜਾਂ ਆਕਸੀ ਸਾਹ ਕਿਰਿਆ ਕਿਹਾ ਜਾਂਦਾ ਹੈ। ਆਕਸੀ ਸਾਹ ਕਿਰਿਆ ਵਿੱਚ ਗਲੂਕੋਜ਼ ਦਾ ਸੰਪੂਰਨ ਆਕਸੀਕਰਨ ਭਾਵ ਵਿਖੰਡਨ ਹੁੰਦਾ ਹੈ, ਜਿਸ ਕਾਰਨ ਆਕਸੀ ਸਾਹ ਕਿਰਿਆ ਵਿੱਚ ਵੱਧ ATP ਭਾਵ ਊਰਜਾ ਪੈਦਾ ਹੁੰਦੀ ਹੈ। ਬੱਚਿਓ, ਕਿਆ ਅਜਿਹੇ ਜੀਵਾਂ ਦੀ ਕਲਪਨਾ ਕੀਤੀ ਜਾ ਸਕਦੀ ਹੈ ਜੋ ਬਿਨਾਂ ਆਕਸੀਜਨ ਜਾਂ ਬਿਨਾਂ ਹਵਾ ਤੋਂ ਸਾਹ ਲੈਂਦੇ ਹਨ? ਜੀ ਬਿਲਕੁਲ। ਕਈ ਅਜਿਹੇ ਵੀ ਜੀਵ ਹਨ ਜਿਨ੍ਹਾਂ ਨੂੰ ਸਾਹ ਕਿਰਿਆ ਲਈ ਆਕਸੀਜਨ ਦੀ ਜ਼ਰੂਰਤ ਨਹੀਂ ਹੁੰਦੀ। ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਵੀ ਭੋਜਨ ਵਿਖੰਡਿਤ ਹੋ ਸਕਦਾ ਹੈ। ਇਸ ਪ੍ਰਕਾਰ ਦੀ ਸਾਹ ਕਿਰਿਆ ਨੂੰ ਅਣਆਕਸੀ ਸਾਹ ਕਿਰਿਆ ਜਾਂ ਐਨਐਰੋਬਿਕ ਰੈਸਪੀਰੇਸ਼ਨ ਵੀ ਕਿਹਾ ਜਾਂਦਾ ਹੈ। ਇਸ ਪ੍ਰਕਾਰ ਦੇ ਭੋਜਨ ਦੇ ਵਿਖੰਡਨ ਦੇ ਨਾਲ ਵੀ ਊਰਜਾ ਪੈਦਾ ਹੁੰਦੀ ਹੈ, ਪਰ ਇਸ ਪ੍ਰਕਾਰ ਪੈਦਾ ਹੋਈ ਊਰਜਾ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਬੱਚਿਓ, ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਖਮੀਰ ਭਾਵ ਈਸਟ, ਜੋ ਕਿ ਇੱਕ ਕਿਸਮ ਦੀ ਉੱਲੀ ਹੈ, ਵਰਗੇ ਅਨੇਕ ਜੀਵ ਹਵਾ ਦੀ ਗੈਰ ਮੌਜੂਦਗੀ ਵਿੱਚ ਵੀ ਜਿਉਂਦੇ ਰਹਿ ਸਕਦੇ ਹਨ। ਅਜਿਹੇ ਜੀਵ ਅਣਆਕਸੀ ਸਾਹ ਕਿਰਿਆ ਭਾਵ ਐਨਐਰੋਬਿਕ ਰੈਸਪੀਰੇਸ਼ਨ ਦੁਆਰਾ ਊਰਜਾ ਪੈਦਾ ਕਰਦੇ ਹਨ। ਇਹਨਾਂ ਜੀਵਾਂ ਨੂੰ ਐਨਐਰੋਬਸ ਜਾਂ ਅਣਆਕਸੀ ਜੀਵ ਕਹਿੰਦੇ ਹਨ। ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਗਲੂਕੋਜ਼ ਅਲਕੋਹਲ ਭਾਵ ਸ਼ਰਾਬ ਅਤੇ ਕਾਰਬਨ ਡਾਈਆਕਸਾਈਡ ਵਿੱਚ ਵਿਖੰਡਿਤ ਹੋ ਜਾਂਦਾ ਹੈ। ਇਸ ਲਈ ਈਸਟ ਭਾਵ ਖਮੀਰ ਦੀ ਵਰਤੋਂ ਸ਼ਰਾਬ ਭਾਵ ਵਾਈਨ ਅਤੇ ਬੀਅਰ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਪਿਆਰੇ ਬੱਚਿਓ, ਕੀ ਤੁਸੀਂ ਸਾਈਕਲ ਚਲਾਉਂਦੇ ਸਮੇਂ ਜਾਂ ਭਾਰੀ ਵਜ਼ਨ ਚੱਕਣ ਸਮੇਂ, ਤੇਜ਼ੀ ਨਾਲ ਭੱਜਣ ਸਮੇਂ ਥਕਾਵਟ ਮਹਿਸੂਸ ਕੀਤੀ ਹੈ? ਅਜਿਹਾ ਕਿਉਂ ਹੁੰਦਾ ਹੈ? ਚਲੋ ਇਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਬੱਚਿਓ, ਆਪਾਂ ਹੁਣ ਤੱਕ ਪੜ੍ਹ ਚੁੱਕੇ ਹਾਂ ਕਿ ਸਾਹ ਕਿਰਿਆ ਦੋ ਕਿਸਮ ਦੀ ਹੁੰਦੀ ਹੈ, ਆਕਸੀ ਸਾਹ ਕਿਰਿਆ ਅਤੇ ਅਣਆਕਸੀ ਸਾਹ ਕਿਰਿਆ। ਕਿਆ ਅਣਆਕਸੀ ਸਾਹ ਕਿਰਿਆ ਸਿਰਫ ਸੂਖਮ ਜੀਵਾਂ ਵਿੱਚ ਹੁੰਦੀ ਹੈ ਕਿ ਸਾਡੇ ਵਿੱਚ ਅਣਆਕਸੀ ਸਾਹ ਕਿਰਿਆ ਨਹੀਂ ਹੁੰਦੀ? ਅਸਲ ਵਿੱਚ ਸਾਡੇ ਵਿੱਚ ਵੀ ਅਣਆਕਸੀ ਸਾਹ ਕਿਰਿਆ ਹੁੰਦੀ ਹੈ। ਸਾਡੇ ਪੇਸ਼ੀ ਸੈੱਲ ਵੀ ਅਣਆਕਸੀ ਸਾਹ ਕਿਰਿਆ ਕਰ ਸਕਦੇ ਹਨ, ਪਰ ਇਹ ਅਜਿਹਾ ਥੋੜ੍ਹੇ ਸਮੇਂ ਤੱਕ ਹੀ ਕਰ ਸਕਦੇ ਹਨ। ਅਸਲ ਵਿੱਚ ਇਹ ਪ੍ਰਕਿਰਿਆ ਉਸ ਸਮੇਂ ਹੁੰਦੀ ਹੈ ਜਦੋਂ ਆਕਸੀਜਨ ਦੀ ਅਸਥਾਈ ਭਾਵ ਟੈਂਪਰੇਰੀ ਰੂਪ ਵਿੱਚ ਕਮੀ ਹੋ ਜਾਂਦੀ ਹੈ। ਬਹੁਤ ਦੇਰ ਤੱਕ ਕਸਰਤ ਕਰਨ, ਤੇਜ਼ੀ ਨਾਲ ਭੱਜਣ, ਕਈ ਘੰਟੇ ਟਹਿਲਣ, ਸਾਈਕਲ ਚਲਾਉਣ ਜਾਂ ਭਾਰੀ ਵਜ਼ਨ ਚੁੱਕਣ ਵਰਗੇ ਅਨੇਕ ਕਾਰਜਾਂ ਲਈ ਵਧੇਰੇ ਊਰਜਾ ਦੀ ਜ਼ਰੂਰਤ ਪੈਂਦੀ ਹੈ।
ਪਰ ਊਰਜਾ ਪੈਦਾ ਕਰਨ ਲਈ ਸਾਡੇ ਸਰੀਰ ਨੂੰ ਆਕਸੀਜਨ ਦੀ ਸਪਲਾਈ ਸੀਮਤ ਹੁੰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਪੇਸ਼ੀ ਸੈੱਲ ਅਣਆਕਸੀ ਸਾਹ ਕਿਰਿਆ ਭਾਵ ਐਨਐਰੋਬਿਕ ਰੈਸਪੀਰੇਸ਼ਨ ਦੁਆਰਾ ਊਰਜਾ ਦੀ ਵਾਧੂ ਮੰਗ ਨੂੰ ਪੂਰਾ ਕਰਦੇ ਹਨ। ਗਲੂਕੋਜ਼ ਦੀ ਐਨਐਰੋਬਿਕ ਰੈਸਪੀਰੇਸ਼ਨ ਦੇ ਨਾਲ ਪੇਸ਼ੀ ਸੈੱਲਾਂ ਵਿੱਚ ਲੈਕਟਿਕ ਐਸਿਡ ਪੈਦਾ ਹੁੰਦਾ ਹੈ ਅਤੇ ਨਾਲ ਊਰਜਾ ਪੈਦਾ ਹੁੰਦੀ ਹੈ। ਇਹ ਲੈਕਟਿਕ ਐਸਿਡ ਮਾਸਪੇਸ਼ੀਆਂ ਵਿੱਚ ਥਕਾਵਟ ਪੈਦਾ ਕਰਦਾ ਹੈ। ਬੱਚਿਓ, ਜਦੋਂ ਤੁਹਾਡਾ ਸਰੀਰ ਥੱਕ ਜਾਏ ਤਾਂ ਤੁਸੀਂ ਕੀ ਕਰਦੇ ਹੋ? ਜ਼ਿਆਦਾਤਰ ਗਰਮ ਪਾਣੀ ਨਾਲ ਨਹਾਉਣ ਜਾਂ ਸਰੀਰ ਦੀ ਮਾਲਿਸ਼ ਕਰਾਉਣ ਨਾਲ ਸਾਨੂੰ ਥਕਾਵਟ ਤੋਂ ਆਰਾਮ ਮਿਲਦਾ ਹੈ। ਕੀ ਤੁਸੀਂ ਕਦੀ ਸੋਚਿਆ ਹੈ ਅਜਿਹਾ ਕਿਉਂ ਹੁੰਦਾ ਹੈ? ਗਰਮ ਪਾਣੀ ਵਿੱਚ ਨਹਾਉਣ ਜਾਂ ਸਰੀਰ ਦੀ ਮਾਲਿਸ਼ ਕਰਨ ਨਾਲ ਖੂਨ ਦਾ ਸੰਚਾਰਨ ਵੱਧ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਪੇਸ਼ੀ ਸੈੱਲਾਂ ਨੂੰ ਆਕਸੀਜਨ ਦੀ ਸਪਲਾਈ ਵੱਧ ਜਾਂਦੀ ਹੈ। ਆਕਸੀਜਨ ਦੀ ਸਪਲਾਈ ਵਧਣ ਨਾਲ ਲੈਕਟਿਕ ਐਸਿਡ ਦਾ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਿੱਚ ਵਿਖੰਡਨ ਹੋ ਜਾਂਦਾ ਹੈ, ਜਿਸ ਨਾਲ ਸਰੀਰ ਵਿੱਚੋਂ ਅਤੇ ਮਾਸਪੇਸ਼ੀਆਂ ਵਿੱਚੋਂ ਲੈਕਟਿਕ ਐਸਿਡ ਦੀ ਮਾਤਰਾ ਘਟ ਜਾਂਦੀ ਹੈ ਅਤੇ ਸਰੀਰ ਨੂੰ ਥਕਾਵਟ ਨਹੀਂ ਰਹਿੰਦੀ। ਬੱਚਿਓ, ਕੀ ਕਦੇ ਸੋਚਿਆ ਹੈ ਕਿ ਜੇਕਰ ਅਸੀਂ ਸਾਹ ਨਾ ਲਈਏ ਤਾਂ ਕੀ ਹੋਵੇਗਾ, ਜਾਂ ਫਿਰ ਅਸੀਂ ਸਾਹ ਨੂੰ ਕਿੰਨੀ ਦੇਰ ਤੱਕ ਰੋਕ ਸਕਦੇ ਹਾਂ? ਚਲੋ ਇਸ ਪ੍ਰਸ਼ਨ ਦਾ ਉੱਤਰ ਇੱਕ ਕਿਰਿਆ ਰਾਹੀਂ ਕਰਕੇ ਦੇਖਦੇ ਹਾਂ। ਇਹ ਕਿਰਿਆ ਲੈਸਨ ਨੰਬਰ 10 ਦੇ ਪੇਜ ਨੰਬਰ 115 ਦੀ ਕਿਰਿਆ 10.1 ਹੈ। ਇਸ ਕਿਰਿਆ ਅਨੁਸਾਰ ਆਪਣੀਆਂ ਨਾਸਾਂ ਅਤੇ ਮੂੰਹ ਨੂੰ ਘੁੱਟ ਕੇ ਬੰਦ ਕਰ ਲੈਣਾ ਹੈ ਅਤੇ ਘੜੀ ਵੱਲ ਦੇਖਣਾ ਹੈ। ਉਸ ਤੋਂ ਬਾਅਦ ਇਹ ਨੋਟ ਕਰਨਾ ਹੈ ਕਿ ਅਸੀਂ ਕਿੰਨੀ ਦੇਰ ਤੱਕ ਨੱਕ ਅਤੇ ਮੂੰਹ ਨੂੰ ਬੰਦ ਰੱਖ ਸਕਦੇ ਹਾਂ। ਕੁਝ ਸਮੇਂ ਬਾਅਦ ਤੁਸੀਂ ਕੀ ਮਹਿਸੂਸ ਕੀਤਾ ਉਸ ਨੂੰ ਨੋਟ ਕਰਨਾ ਹੈ। ਇਸ ਕਿਰਿਆ ਤੋਂ ਇਹ ਸਿੱਧ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਬਿਨਾਂ ਸਾਹ ਲਏ ਜ਼ਿਆਦਾ ਦੇਰ ਤੱਕ ਜਿਉਂਦਾ ਨਹੀਂ ਰਹਿ ਸਕਦਾ। ਤੁਸੀਂ ਇਹ ਵੀ ਨੋਟ ਕੀਤਾ ਹੋਵੇਗਾ ਕਿ ਕੁਝ ਦੇਰ ਤੱਕ ਸਾਹ ਰੋਕੇ ਰੱਖਣ ਤੋਂ ਬਾਅਦ ਜਦੋਂ ਸਾਹ ਨੂੰ ਛੱਡਿਆ ਜਾਂਦਾ ਹੈ ਤਾਂ ਸਾਹ ਤੇਜ਼ ਲੈਣਾ ਪੈਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਾਹ ਰੋਕੇ ਰੱਖਣ ਨਾਲ ਸਰੀਰ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ਵਾਧੂ ਕਾਰਬਨ ਡਾਈਆਕਸਾਈਡ ਨੂੰ ਸਰੀਰ ਵਿੱਚੋਂ ਕੱਢਣ ਦੇ ਲਈ ਸਾਹ ਕਿਰਿਆ ਦੀ ਦਰ ਤੇਜ਼ ਹੋ ਜਾਂਦੀ ਹੈ। ਬੱਚਿਓ, ਹੁਣ ਤੁਸੀਂ ਸਮਝ ਚੁੱਕੇ ਹੋ ਕਿ ਸਾਹ ਲੈਣ ਤੋਂ ਭਾਵ ਆਕਸੀਜਨ ਨਾਲ ਭਰਪੂਰ ਹਵਾ ਨੂੰ ਅੰਦਰ ਖਿੱਚਣਾ ਜਾਂ ਪ੍ਰਾਪਤ ਕਰਨਾ ਹੈ, ਜਦਕਿ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਨੂੰ ਬਾਹਰ ਕੱਢਣਾ ਹੈ। ਆਕਸੀਜਨ ਭਰਪੂਰ ਹਵਾ ਨੂੰ ਸਰੀਰ ਦੇ ਅੰਦਰ ਲੈਣਾ ਸਾਹ ਖਿੱਚਣ ਕਿਰਿਆ ਖਵਾਉਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਨੂੰ ਬਾਹਰ ਕੱਢਣਾ ਸਾਹ ਛੱਡਣ ਕਿਰਿਆ ਖਵਾਉਂਦੀ ਹੈ। ਇਹ ਇੱਕ ਲਗਾਤਾਰ ਪ੍ਰਕਿਰਿਆ ਹੈ ਜਿਹੜੀ ਹਰ ਇੱਕ ਜੀਵ ਦੇ ਜੀਵਨ ਵਿੱਚ ਹਰ ਸਮੇਂ ਜਾਂ ਪੂਰਾ ਜੀਵਨ ਹੁੰਦੀ ਰਹਿੰਦੀ ਹੈ। ਕੋਈ ਵਿਅਕਤੀ 1 ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ ਉਸ ਨੂੰ ਉਸ ਦੀ ਸਾਹ ਕਿਰਿਆ ਦੀ ਦਰ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਕੀ ਤੁਸੀਂ ਆਪਣੇ ਸਾਹ ਲੈਣ ਦੀ ਦਰ ਦਾ ਪਤਾ ਲਗਾਉਣਾ ਚਾਹੋਗੇ? ਕੀ ਤੁਸੀਂ ਇਹ ਜਾਣਨਾ ਚਾਹੋਗੇ ਕਿ ਸਾਹ ਲੈਣ ਦੀ ਦਰ ਸਥਿਰ ਹੁੰਦੀ ਹੈ ਜਾਂ ਇਹ ਸਰੀਰ ਦੀ ਜ਼ਰੂਰਤ ਮੁਤਾਬਕ ਬਦਲਦੀ ਰਹਿੰਦੀ ਹੈ? ਆਓ ਅਸੀਂ ਇੱਕ ਐਕਟੀਵਿਟੀ ਦੀ ਮਦਦ ਦੇ ਨਾਲ ਇਸ ਨੂੰ ਜਾਣਦੇ ਹਾਂ। ਇਹ ਐਕਟੀਵਿਟੀ ਪੇਜ ਨੰਬਰ 116 'ਤੇ ਮੌਜੂਦ ਹੈ ਅਤੇ ਕਿਰਿਆ ਦਾ ਨੰਬਰ 10.2 ਹੈ। ਇਹ ਕਿਰਿਆ ਤੁਸੀਂ 2 ਅਵਸਥਾਵਾਂ ਵਿੱਚ ਕਰਨੀ ਹੈ। ਪਹਿਲੀ ਅਵਸਥਾ ਵਿੱਚ ਤੁਸੀਂ ਆਰਾਮ ਨਾਲ ਬੈਠਣਾ ਹੈ, ਜਦਕਿ ਦੂਸਰੀ ਅਵਸਥਾ ਵਿੱਚ ਤੇਜ਼ੀ ਨਾਲ ਚੱਲਣਾ ਜਾਂ ਦੌੜਨਾ ਹੈ। ਪਹਿਲੀ ਅਵਸਥਾ ਵਿੱਚ ਆਰਾਮ ਨਾਲ ਬੈਠ ਜਾਓ
ਅਤੇ ਸਾਹ ਨੂੰ ਲਓ ਅਤੇ ਛੱਡੋ। ਇਸ ਅਵਸਥਾ ਵਿੱਚ 1 ਮਿੰਟ ਵਿੱਚ ਲਏ ਗਏ ਸਾਹਾਂ ਦੀ ਸੰਖਿਆ ਭਾਵ ਗਿਣਤੀ ਪਤਾ ਕਰੋ। ਹੁਣ ਦੂਸਰੀ ਅਵਸਥਾ ਵਿੱਚ ਤੇਜ਼ ਚੱਲਣ ਜਾਂ ਦੌੜਨ ਤੋਂ ਬਾਅਦ ਆਪਣੀ ਸਾਹ ਕਿਰਿਆ ਦੀ ਦਰ ਭਾਵ ਸਾਹਾਂ ਦੀ ਸੰਖਿਆ ਬਟਾ ਮਿੰਟ ਦੀ ਗਣਨਾ ਕਰੋ। ਤੁਸੀਂ ਕੀ ਨੋਟ ਕਰਦੇ ਹੋ? ਤੁਸੀਂ ਨੋਟ ਕੀਤਾ ਹੋਵੇਗਾ ਕਿ ਤੇਜ਼ ਚੱਲਣ ਜਾਂ ਦੌੜਨ ਤੋਂ ਬਾਅਦ ਸਾਹ ਲੈਣ ਦੀ ਦਰ ਵੱਧ ਜਾਂਦੀ ਹੈ। ਅਜਿਹਾ ਕਿਉਂ ਹੁੰਦਾ ਹੈ? ਅਸਲ ਵਿੱਚ ਤੇਜ਼ ਦੌੜਨ ਜਾਂ ਚੱਲਣ ਨਾਲ ਸਰੀਰ ਨੂੰ ਵੱਧ ਊਰਜਾ ਦੀ ਲੋੜ ਹੁੰਦੀ ਹੈ। ਇਸ ਊਰਜਾ ਦੀ ਪੂਰਤੀ ਕਰਨ ਲਈ ਸਾਹ ਦੀ ਦਰ ਵੱਧ ਜਾਂਦੀ ਹੈ। ਸਾਡੇ ਸੈੱਲਾਂ ਨੂੰ ਵਧੇਰੇ ਆਕਸੀਜਨ ਦੀ ਸਪਲਾਈ ਹੁੰਦੀ ਹੈ ਤਾਂ ਜੋ ਭੋਜਨ ਦੇ ਵਿਖੰਡਨ ਦੀ ਦਰ ਨੂੰ ਵਧਾ ਦਿੱਤਾ ਜਾਏ, ਜਿਸ ਨਾਲ ਵੱਧ ਮਾਤਰਾ ਵਿੱਚ ਊਰਜਾ ਪੈਦਾ ਹੋਵੇਗੀ। ਇੱਕ ਬਾਲਗ ਵਿਅਕਤੀ ਦੀ ਆਰਾਮ ਦੀ ਅਵਸਥਾ ਵਿੱਚ ਸਾਹ ਲੈਣ ਦੀ ਦਰ ਔਸਤਨ 15 ਤੋਂ 18 ਵਾਰ ਹੁੰਦੀ ਹੈ। ਵਧੇਰੇ ਕਸਰਤ ਕਰਨ ਨਾਲ ਸਾਹ ਦੀ ਦਰ 25 ਵਾਰ ਪ੍ਰਤੀ ਮਿੰਟ ਤੱਕ ਵੱਧ ਸਕਦੀ ਹੈ। ਅਜਿਹੀ ਪ੍ਰਣਾਲੀ ਜੋ ਸਾਹ ਵਾਲੀਆਂ ਗੈਸਾਂ ਦੇ ਵਟਾਂਦਰੇ ਅਤੇ ਉਸ ਦੀ ਢੁਆਈ ਦੇ ਨਾਲ ਸੰਬੰਧਿਤ ਹੋਵੇ, ਉਸ ਨੂੰ ਸਾਹ ਪ੍ਰਣਾਲੀ ਜਾਂ ਰੈਸਪੀਰੇਟਰੀ ਸਿਸਟਮ ਕਿਹਾ ਜਾਂਦਾ ਹੈ। ਮਨੁੱਖ ਵਿੱਚ ਪਲਮੋਨਰੀ ਭਾਵ ਫੇਫੜਾ ਸਾਹ ਪ੍ਰਣਾਲੀ ਮੌਜੂਦ ਹੈ। ਇਸ ਸਾਹ ਪ੍ਰਣਾਲੀ ਦੇ ਮੁੱਖ ਅੰਗ ਹਨ ਨਾਸ ਦੁਆਰ, ਨਾਸ ਖੋੜ, ਸਾਹ ਨਲੀ ਜਿਸ ਨੂੰ ਟਰੈਕੀਆ ਕਿਹਾ ਜਾਂਦਾ ਹੈ ਅਤੇ ਫੇਫੜੇ। ਇਸ ਤੋਂ ਇਲਾਵਾ ਇੱਕ ਪੇਸ਼ੀਦਾਰ ਪਰਦਾ ਹੈ ਜਿਸ ਨੂੰ ਡਾਇਆਫ੍ਰਾਮ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਸਾਨੂੰ ਹਮੇਸ਼ਾ ਹੀ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ ਕਿਉਂਕਿ ਨੱਕ ਖੋੜ ਵਿੱਚ ਮੌਜੂਦ ਵਾਲ ਅਤੇ ਮਿਊਕਸ ਮੈਂਬਰੇਨ ਭਾਵ ਸਲੇਸ਼ਮਾ ਝਿੱਲੀ ਦਾਖਲ ਹੋ ਰਹੀ ਹਵਾ ਨੂੰ ਸ਼ੁੱਧ ਕਰ ਦਿੰਦੇ ਹਨ, ਜਿਸ ਨਾਲ ਸ਼ੁੱਧ ਹਵਾ ਹੀ ਫੇਫੜਿਆਂ ਤੱਕ ਪਹੁੰਚਦੀ ਹੈ, ਜਿਸ ਨਾਲ ਬਿਮਾਰੀਆਂ ਨਹੀਂ ਲੱਗਦੀਆਂ। ਸਾਹ ਲੈਣ ਵਿੱਚ 2 ਅੰਗ ਮੁੱਖ ਭੂਮਿਕਾ ਨਿਭਾਉਂਦੇ ਹਨ। ਉਹ ਹਨ ਡਾਇਆਫ੍ਰਾਮ ਜਿਸ ਨੂੰ ਪੇਟ ਪਰਦਾ ਵੀ ਕਹਿੰਦੇ ਹਨ ਅਤੇ ਪਸਲੀਆਂ। ਸਾਹ ਲੈਣ ਸਮੇਂ ਪਸਲੀਆਂ ਉੱਪਰ ਅਤੇ ਬਾਹਰ ਵੱਲ ਨੂੰ ਗਤੀ ਕਰਦੀਆਂ ਹਨ, ਜਦਕਿ ਡਾਇਆਫ੍ਰਾਮ ਹੇਠਾਂ ਵੱਲ ਨੂੰ ਗਤੀ ਕਰਦਾ ਹੈ, ਜਿਸ ਨਾਲ ਸਾਡੀ ਛਾਤੀ ਖੋੜ ਦਾ ਆਇਤਨ ਵੱਧ ਜਾਂਦਾ ਹੈ ਅਤੇ ਇਸ ਵਿਚਲੀ ਹਵਾ ਦਾ ਦਬਾਅ ਘਟ ਜਾਂਦਾ ਹੈ ਅਤੇ ਹਵਾ ਫੇਫੜਿਆਂ ਵਿੱਚ ਆ ਜਾਂਦੀ ਹੈ। ਸਾਹ ਬਾਹਰ ਕੱਢਣ ਸਮੇਂ ਪਸਲੀਆਂ ਹੇਠਾਂ ਅਤੇ ਅੰਦਰ ਵੱਲ ਨੂੰ ਗਤੀ ਕਰਦੀਆਂ ਹਨ, ਜਦਕਿ ਡਾਇਆਫ੍ਰਾਮ ਉੱਪਰ ਵੱਲ ਨੂੰ ਗਤੀ ਕਰਦਾ ਹੈ, ਜਿਸ ਨਾਲ ਛਾਤੀ ਖੋੜ ਦਾ ਆਇਤਨ ਘਟ ਜਾਂਦਾ ਹੈ ਅਤੇ ਇਸ ਵਿਚਲੇ ਹਵਾ ਦਾ ਦਬਾਅ ਵੱਧ ਜਾਂਦਾ ਹੈ, ਜਿਸ ਕਾਰਨ ਹਵਾ ਫੇਫੜਿਆਂ ਵਿੱਚੋਂ ਬਾਹਰ ਵੱਲ ਨੂੰ ਧੱਕ ਦਿੱਤੀ ਜਾਂਦੀ ਹੈ। ਸਾਹ ਬਾਹਰ ਕੱਢਣ ਵੇਲੇ ਅਸੀਂ ਕੀ ਬਾਹਰ ਕੱਢਦੇ ਹਾਂ? ਚਲੋ ਇਸ ਦੀ ਜਾਂਚ ਕਰਨ ਲਈ ਇੱਕ ਐਕਟੀਵਿਟੀ ਕਰਦੇ ਹਾਂ। ਇਹ ਐਕਟੀਵਿਟੀ 10.4 ਹੈ ਤੇ ਪੇਜ ਨੰਬਰ 120 ਦੇ ਉੱਪਰ ਦਰਜ ਹੈ। ਇਸ ਐਕਟੀਵਿਟੀ ਨੂੰ ਕਰਨ ਲਈ ਟੈਸਟ ਟਿਊਬ ਜਾਂ ਕੱਚ ਜਾਂ ਪਲਾਸਟਿਕ ਦੀ ਸ਼ੀਸ਼ੀ ਜਾਂ ਫਿਰ ਫਲਾਸਕ ਵਿੱਚ ਤਾਜ਼ਾ ਬਣਿਆ ਹੋਇਆ ਚੂਨੇ ਦਾ ਪਾਣੀ ਪਾਓ ਅਤੇ ਇਸ ਦਾ ਰੰਗ ਨੋਟ ਕਰੋ। ਹੁਣ ਇੱਕ ਸਟ੍ਰॉ ਦੀ ਮਦਦ ਦੇ ਨਾਲ ਇਸ ਵਿੱਚ ਹੌਲੀ-ਹੌਲੀ ਫੂਕ ਮਾਰੋ। ਕੁਝ ਸਮੇਂ ਬਾਅਦ ਤੁਸੀਂ ਦੇਖੋਗੇ ਕਿ ਇਸ ਦਾ ਰੰਗ ਦੁਧੀਆ ਹੋ ਜਾਂਦਾ ਹੈ, ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਬਾਹਰ ਕੱਢੀ ਹੋਈ ਹਵਾ ਵਿੱਚ ਕਾਰਬਨ ਡਾਈਆਕਸਾਈਡ ਮੌਜੂਦ ਹੈ। ਸਾਹ ਦੀ ਕਿਰਿਆਵਿਧੀ ਵਿਖਾਉਣ ਲਈ ਮਾਡਲ ਤਿਆਰ ਕਰਨਾ। ਇਹ ਐਕਟੀਵਿਟੀ ਪੇਜ ਨੰਬਰ 120 ਦੀ ਐਕਟੀਵਿਟੀ 10.5 ਹੈ। ਪਲਾਸਟਿਕ ਦੇ ਚੌੜੇ ਮੂੰਹ ਵਾਲੀ ਇੱਕ ਬੋਤਲ ਲਓ, ਜਿਸ ਦੇ ਥੱਲੇ ਨੂੰ ਕੱਟ ਕੇ ਵੱਖ ਕਰ ਦਿਓ। ਵਾਈ ਦੇ ਆਕਾਰ ਦੀ ਕੱਚ ਜਾਂ ਪਲਾਸਟਿਕ ਦੀ ਇੱਕ ਨਲੀ ਲਓ। ਅਗਰ ਅਜਿਹੀ ਨਹੀਂ ਮਿਲਦੀ ਤਾਂ ਤੁਸੀਂ ਸਟ੍ਰॉ ਦੇ ਨਾਲ ਵੀ ਇਸ ਨੂੰ ਬਣਾ ਸਕਦੇ ਹੋ।
ਵਾਈ ਦੇ ਆਕਾਰ ਦੀ ਨਲੀ ਦੇ ਹੇਠਲੇ ਸਿਰੇ 'ਤੇ 2 ਅਣਫੁੱਲੇ ਹੋਏ ਗੁਬਾਰੇ ਲਗਾ ਦਿਓ ਅਤੇ ਇਸ ਨੂੰ ਟੇਪ ਦੇ ਨਾਲ ਚੰਗੀ ਤਰ੍ਹਾਂ ਫਿਕਸ ਕਰ ਦਿਓ। ਹੁਣ ਬੋਤਲ ਦੇ ਉੱਪਰਲੇ ਹਿੱਸੇ ਵਿੱਚ ਇਸ ਵਾਈ ਦੇ ਆਕਾਰ ਦੀ ਨਲੀ ਅਤੇ ਗੁਬਾਰਿਆਂ ਨੂੰ ਚਿੱਤਰ ਅਨੁਸਾਰ ਫਿੱਟ ਕਰ ਦਿਓ ਅਤੇ ਉਸ ਉੱਪਰ ਢੱਕਣ ਲਗਾ ਦਿਓ। ਫੈਵੀਕਵਿਕ ਜਾਂ ਐਮਸੀਲ ਜਾਂ ਹੌਟ ਗਲੂ ਗਨ ਦੇ ਨਾਲ ਇਸ ਸੁਰਾਖ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ ਤਾਂ ਜੋ ਉਪਕਰਨ ਏਅਰ ਟਾਈਟ ਹੋ ਜਾਏ। ਬੋਤਲ ਦੇ ਖੁੱਲ੍ਹੇ ਥੱਲੇ 'ਤੇ ਇੱਕ ਰਬੜ ਜਾਂ ਪਲਾਸਟਿਕ ਦੀ ਸ਼ੀਟ ਕਿਸੇ ਰਬੜ ਬੈਂਡ ਜਾਂ ਫਿਰ ਸੈਲੋ ਟੇਪ ਦੀ ਮਦਦ ਦੇ ਨਾਲ ਖਿੱਚ ਕੇ ਲਗਾ ਦਿਓ। ਇਹ ਤੁਹਾਡਾ ਲੋੜੀਂਦਾ ਸਾਹ ਦੀ ਕਿਰਿਆ ਵਿਧੀ ਦਿਖਾਉਣ ਲਈ ਮਾਡਲ ਤਿਆਰ ਹੈ, ਜਿਸ ਦੇ ਵਿੱਚ 2 ਗੁਬਾਰੇ ਤੁਹਾਡੇ ਫੇਫੜਿਆਂ ਨੂੰ ਦਰਸਾਉਂਦੇ ਹਨ ਅਤੇ ਹੇਠਾਂ ਲਗਾਏ ਗਏ ਚੌੜਾ ਰਬੜ ਤੁਹਾਡੇ ਡਾਇਆਫ੍ਰਾਮ ਭਾਵ ਪੇਟ ਪਰਦੇ ਨੂੰ ਦਰਸਾਉਂਦਾ ਹੈ, ਜਿਸ ਦੇ ਹੇਠਾਂ ਵੱਲ ਨੂੰ ਗਤੀ ਕਰਨ ਨਾਲ ਫੇਫੜਿਆਂ ਦੇ ਵਿੱਚ ਹਵਾ ਭਰ ਜਾਂਦੀ ਹੈ। ਚਲੋ ਬੱਚਿਓ, ਹੋਰ ਜੰਤੂਆਂ ਵਿੱਚ ਸਾਹ ਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਕੀਟਾਂ ਵਿੱਚ ਗੈਸਾਂ ਦੇ ਵਟਾਂਦਰੇ ਦੇ ਲਈ ਹਵਾ ਨਾਲੀਆਂ ਦਾ ਜਾਲ ਵਿਛਿਆ ਹੁੰਦਾ ਹੈ, ਜਿਨ੍ਹਾਂ ਨੂੰ ਸਾਹ ਨਾਲੀ ਜਾਂ ਟਰੈਕੀਆ ਆਖਦੇ ਹਨ। ਇਹ ਟਰੈਕੀਆ ਕੀਟਾਂ ਦੇ ਸਰੀਰ ਦੇ ਪਾਸਿਆਂ ਵਾਲੇ ਭਾਗ 'ਤੇ ਛੋਟੇ-ਛੋਟੇ ਸੁਰਾਖਾਂ ਰਾਹੀਂ ਬਾਹਰ ਖੁੱਲ੍ਹਦੇ ਹਨ, ਜਿਨ੍ਹਾਂ ਨੂੰ ਸਪਾਇਰਕਲ ਆਖਦੇ ਹਨ। ਆਕਸੀਜਨ ਭਰਪੂਰ ਹਵਾ ਸਪਾਇਰਕਲ ਵਿੱਚ ਜਾ ਕੇ ਸਰੀਰ ਦੇ ਟਿਸ਼ੂਆਂ ਵਿੱਚ ਪਹੁੰਚਦੀ ਹੈ ਅਤੇ ਸਰੀਰ ਦੇ ਹਰ ਇੱਕ ਸੈੱਲ ਵਿੱਚ ਪਹੁੰਚਦੀ ਹੈ। ਇਸੇ ਤਰ੍ਹਾਂ ਸੈੱਲ ਵਿੱਚ ਕਾਰਬਨ ਡਾਈਆਕਸਾਈਡ ਸਾਹ ਨਲੀਆਂ ਵਿੱਚ ਆਉਂਦੀ ਹੈ ਅਤੇ ਸਪਾਇਰਕਲ ਤੋਂ ਬਾਹਰ ਨਿਕਲ ਜਾਂਦੀ ਹੈ। ਗੰਡੋਇਆਂ ਵਿੱਚ ਸਾਹ ਕਿਰਿਆ ਕਿਊਟੇਨੀਅਸ ਭਾਵ ਚਮੜੀ ਰਾਹੀਂ ਹੁੰਦੀ ਹੈ, ਕਿਉਂਕਿ ਗੰਡੋਏ ਦੀ ਚਮੜੀ ਛੂਹਣ 'ਤੇ ਸਿੱਲ੍ਹੀ ਅਤੇ ਚਿਪਚਿਪੀ ਹੁੰਦੀ ਹੈ। ਸਾਹ ਵਾਲੀਆਂ ਗੈਸਾਂ ਭਾਵ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਵਟਾਂਦਰਾ ਇਸ ਸਿੱਲ੍ਹੀ ਚਮੜੀ ਰਾਹੀਂ ਹੀ ਹੋ ਜਾਂਦਾ ਹੈ। ਡੱਡੂਆਂ ਵਿੱਚ ਸਾਹ ਕਿਰਿਆ ਲਈ ਫੇਫੜੇ ਅਤੇ ਸਿੱਲ੍ਹੀ ਚਮੜੀ ਹੁੰਦੀ ਹੈ। ਡੱਡੂ ਆਰਾਮ ਦੀ ਅਵਸਥਾ ਵਿੱਚ ਆਪਣੀ ਚਮੜੀ ਰਾਹੀਂ ਸਾਹ ਕਿਰਿਆ ਕਰਦਾ ਹੈ। ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਇਸ ਦੀ ਸਿੱਲ੍ਹੀ ਚਮੜੀ ਰਾਹੀਂ ਪ੍ਰਸਾਰਣ ਵਿਧੀ ਰਾਹੀਂ ਸਰੀਰ ਦੇ ਅੰਦਰ ਅਤੇ ਬਾਹਰ ਆਉਂਦੀਆਂ ਹਨ। ਪਿਆਰੇ ਬੱਚਿਓ, ਤੁਸੀਂ ਜਮਾਤ 6ਵੀਂ ਵਿੱਚ ਪੜ੍ਹਿਆ ਹੈ ਕਿ ਮੱਛੀਆਂ ਵਿੱਚ ਗਲਫੜੇ ਭਾਵ ਗਿਲਸ ਹੁੰਦੇ ਹਨ। ਗਲਫੜੇ ਪਾਣੀ ਵਿੱਚ ਘੁਲੀ ਆਕਸੀਜਨ ਦੀ ਵਰਤੋਂ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਦੇ ਹਨ। ਗਲਫੜੇ ਚਮੜੀ ਤੋਂ ਬਾਹਰ ਵੱਲ ਨਿਕਲੇ ਹੁੰਦੇ ਹਨ। ਗਲਫੜਿਆਂ ਵਿੱਚ ਲਹੂ ਵਹਿਣੀਆਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ, ਜਿਹੜੀਆਂ ਗੈਸਾਂ ਦੇ ਵਟਾਂਦਰੇ ਵਿੱਚ ਮਦਦ ਕਰਦੀਆਂ ਹਨ। ਕਈ ਬੱਚੇ ਸੋਚ ਰਹੇ ਹੋਣੇ ਨੇ ਕਿ ਵੇਲ ਅਤੇ ਡੌਲਫਿਨ ਅਕਸਰ ਪਾਣੀ ਦੀ ਸਤ੍ਹਾ ਦੇ ਉੱਪਰ ਕਿਉਂ ਆ ਜਾਂਦੀਆਂ ਹਨ। ਉਸ ਦਾ ਕਾਰਨ ਹੈ ਕਿ ਵੇਲ ਅਤੇ ਡੌਲਫਿਨ ਮੱਛੀਆਂ ਨਹੀਂ ਹਨ, ਇਹ ਥਣਧਾਰੀ ਜੀਵਾਂ ਦੀ ਉਦਾਹਰਣ ਹੈ। ਵੇਲ ਅਤੇ ਡੌਲਫਿਨ ਵਿੱਚ ਵੀ ਮਨੁੱਖ ਵਾਂਗ ਫੇਫੜੇ ਹੁੰਦੇ ਹਨ, ਜਿਸ ਕਾਰਨ ਉਹਨਾਂ ਨੂੰ ਬਾਰ-ਬਾਰ ਪਾਣੀ ਦੀ ਸਤ੍ਹਾ ਦੇ ਉੱਪਰ ਸਾਹ ਲੈਣ ਲਈ ਆਉਣਾ ਪੈਂਦਾ ਹੈ। ਜੰਤੂਆਂ ਦੀ ਤਰ੍ਹਾਂ ਹੀ ਪੌਦੇ ਵੀ ਸਾਹ ਕਿਰਿਆ ਕਰਦੇ ਹਨ। ਉਹਨਾਂ ਨੂੰ ਵੀ ਸਾਹ ਲੈਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਅਤੇ ਭੋਜਨ ਦੇ ਆਕਸੀਕਰਨ ਤੋਂ ਬਾਅਦ ਉਹ ਵੀ ਕਾਰਬਨ ਡਾਈਆਕਸਾਈਡ ਛੱਡਦੇ ਹਨ। ਪਿਆਰੇ ਵਿਦਿਆਰਥੀਓ, ਤੁਸੀਂ ਲੈਸਨ 1 ਵਿੱਚ ਪੜ੍ਹ ਚੁੱਕੇ ਹੋ ਕਿ ਪੌਦੇ ਦੇ ਪੱਤਿਆਂ ਅਤੇ ਪੌਦੇ ਦੇ ਹਰੇ ਭਾਗ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੇ ਵਟਾਂਦਰੇ ਦੇ ਲਈ ਸੂਖਮ ਛੇਕ ਹੁੰਦੇ ਹਨ, ਜੋ ਇਹਨਾਂ ਨੂੰ ਸਟੋਮੈਟਾ ਆਖਦੇ ਹਨ। ਇਸੇ ਤਰ੍ਹਾਂ ਪੌਦੇ ਦੇ ਤਣੇ ਦੇ ਪੁਰਾਣੇ ਭਾਗਾਂ ਵਿੱਚ ਛੋਟੇ-ਛੋਟੇ ਸੁਰਾਖ ਹੁੰਦੇ ਹਨ, ਜਿਨ੍ਹਾਂ ਨੂੰ ਲੈਂਟੀਸਲਸ ਕਹਿੰਦੇ ਹਨ।
ਇਹਨਾਂ ਲੈਂਟੀਸੈਲਸ ਰਾਹੀਂ ਵੀ ਪੌਦੇ ਵਿੱਚ ਸਾਹ ਕਿਰਿਆ ਹੁੰਦੀ ਹੈ। ਪੌਦਿਆਂ ਦੇ ਬਾਕੀ ਸੈੱਲਾਂ ਦੀ ਤਰ੍ਹਾਂ ਹੀ ਜੜ੍ਹਾਂ ਦੇ ਸੈੱਲਾਂ ਨੂੰ ਵੀ ਊਰਜਾ ਪੈਦਾ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਜੜ੍ਹਾਂ ਮਿੱਟੀ ਦੇ ਕਣਾਂ ਵਿਚਲੀ ਖਾਲੀ ਥਾਵਾਂ ਵਿੱਚ ਮੌਜੂਦ ਹਵਾ ਤੋਂ ਆਕਸੀਜਨ ਲੈਂਦੀਆਂ ਹਨ ਅਤੇ ਇਸ ਆਕਸੀਜਨ ਦੀ ਵਰਤੋਂ ਕਰਕੇ ਭੋਜਨ ਦਾ ਆਕਸੀਕਰਨ ਕਰਦੀਆਂ ਹਨ ਤੇ ਊਰਜਾ ਪੈਦਾ ਹੁੰਦੀ ਹੈ, ਜਿਸ ਨਾਲ ਕਾਰਬਨ ਡਾਈਆਕਸਾਈਡ ਵੀ ਪੈਦਾ ਹੁੰਦੀ ਹੈ। ਇਸ ਕਾਰਬਨ ਡਾਈਆਕਸਾਈਡ ਨੂੰ ਜੜ੍ਹਾਂ ਦੇ ਵਾਲ ਭਾਵ ਮੂਲ ਰੋਮ ਮੁੜ ਮਿੱਟੀ ਦੇ ਕਣਾਂ ਵਿਚਕਾਰ ਪ੍ਰਸਾਰਿਤ ਕਰ ਦਿੰਦੇ ਹਨ। ਪਿਆਰੇ ਵਿਦਿਆਰਥੀਓ, ਚਲੋ ਜੋ ਹੁਣ ਤੱਕ ਆਪਾਂ ਪੜ੍ਹਿਆ ਹੈ ਉਸ ਦੀ ਦੁਹਰਾਈ ਕਰ ਲਈਏ। ਸਾਹ ਕਿਰਿਆ ਇੱਕ ਅਜਿਹੀ ਜੈਵ ਰਸਾਇਣਿਕ ਕਿਰਿਆ ਹੈ ਜਿਸ ਵਿੱਚ ਗੈਸਾਂ ਦਾ ਵਟਾਂਦਰਾ ਅਤੇ ਭੋਜਨ ਦਾ ਆਕਸੀਕਰਨ ਹੁੰਦਾ ਹੈ, ਜਿਸ ਕਾਰਨ ਊਰਜਾ ਅਤੇ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਰੈਸਪੀਰੇਸ਼ਨ ਭਾਵ ਸਾਹ ਕਿਰਿਆ ਦੋ ਕਿਸਮ ਦੀ ਹੁੰਦੀ ਹੈ, ਜਿਸ ਨੂੰ ਐਰੋਬਿਕ ਭਾਵ ਆਕਸੀ ਸਾਹ ਕਿਰਿਆ ਅਤੇ ਐਨਐਰੋਬਿਕ ਭਾਵ ਅਣਆਕਸੀ ਸਾਹ ਕਿਰਿਆ ਕਿਹਾ ਜਾਂਦਾ ਹੈ। ਸੈੱਲ ਵਿੱਚ ਹੋਣ ਵਾਲੀ ਸਾਹ ਕਿਰਿਆ ਨੂੰ ਸੈਲਮਈ ਭਾਵ ਸੈਲੂਲਰ ਰੈਸਪੀਰੇਸ਼ਨ ਕਿਹਾ ਜਾਂਦਾ ਹੈ। ਸਾਹ ਲੈਣ ਵਿੱਚ ਡਾਇਆਫ੍ਰਾਮ ਭਾਵ ਪੇਟ ਪਰਦਾ ਅਤੇ ਪਸਲੀਆਂ ਮੁੱਖ ਭੂਮਿਕਾ ਨਿਭਾਉਂਦੀਆਂ ਹਨ। ਇਹਨਾਂ ਦੀ ਗਤੀ ਦੇ ਨਾਲ ਹੀ ਸਾਹ ਅੰਦਰ ਅਤੇ ਸਾਹ ਬਾਹਰ ਨਿਕਲਦਾ ਹੈ। ਕੀਟਾਂ ਵਿੱਚ ਸਾਹ ਕਿਰਿਆ ਲਈ ਸਾਹ ਵਾਲੀਆਂ ਨਲੀਆਂ ਦਾ ਜਾਲ ਹੁੰਦਾ ਹੈ, ਜਿਸ ਨੂੰ ਟਰੈਕੀਆ ਕਿਹਾ ਜਾਂਦਾ ਹੈ। ਇਹ ਟਰੈਕੀਆ ਕੀਟਾਂ ਦੇ ਸਰੀਰ ਤੋਂ ਬਾਹਰ ਸਪਾਇਰੇਕਲ ਰਾਹੀਂ ਖੁੱਲ੍ਹਦਾ ਹੈ। ਉਮੀਦ ਹੈ ਬੱਚਿਓ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜਲਦੀ ਹੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।